ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਿੰਨੇ ਹੋਏ ਮਰੀਜ਼, ਕਿੰਨੇ ਹੋਏ ਠੀਕ ਤੇ ਕਿੰਨੀਆਂ ਹੋਈਆਂ ਮੌਤਾਂ। ਏਅਰ ਕੈਨੇਡਾ ਵੱਲੋਂ ਆਇਆ ਬਿਆਨ, ਆਉਂਦੀਆਂ ਸਰਦੀਆਂ ਤੱਕ ਦੁਨੀਆ ਭਰ ਵਿੱਚ ਮੁੜ ਤੋਂ ਸ਼ੁਰੂ ਹੋਣਗੀਆਂ ਉਡਾਣਾਂ। ਓਨਟਾਰੀਓ ਦੇ ਇੱਕ ਹੋਰ ਫਾਰਮ ਵਿੱਚ ਕਾਮਿਆਂ ਨੂੰ ਹੋਇਆ ਕੋਰੋਨਾ ਵਾਇਰਸ, ਪ੍ਰਵਾਸੀ ਹਨ ਕਾਮੇ। ਐਲਬਰਟਾ ਸਰਕਾਰ ਨੇ ਕੀਤਾ ਸੋਮਵਾਰ ਤੋਂ ਕਈ ਬਿਜ਼ਨਸ ਖੋਲ੍ਹ ਦੇਣ ਦਾ ਐਲਾਨ। ਜੂਨ 1 ਤੱਕ ਕਈ ਕੈਂਪ ਲਾਉਣ ਵਾਲੀਆਂ ਥਾਵਾਂ ਵੀ ਖੋਲ੍ਹੀਆਂ ਜਾਣਗੀਆਂ। ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਹਫ਼ਤਿਆਂ ਵਿੱਚ ਆਏ 900 ਪ੍ਰਵਾਸੀ ਕਾਮੇ, ਬਾਹਰਲੇ ਮੁਲਕਾਂ ਤੋਂ ਆਏ ਕਾਮਿਆਂ ਵਿੱਚੋਂ 4 ਹਨ ਕੋਰੋਨਾ ਵਾਇਰਸ ਦੇ ਮਰੀਜ਼। ਰਿਚਮੰਡ ਵਿੱਚ ਇੱਕ ਵਿਅਕਤੀ ਤੋਂ ਪੁਲਿਸ ਨੇ ਜ਼ਬਤ ਕੀਤੀਆਂ ਗੈਰ ਕਾਨੂੰਨੀ ਕੋਵਿਡ-19 ਦੀਆਂ ਟੈਸਟ ਕਿਟਸ, ਜਿਨ੍ਹਾਂ ਨੂੰ ਵੇਚ ਰਿਹਾ ਸੀ ਵਿਅਕਤੀ। ਸਰੀ RCMP ਨੇ ਜ਼ਬਤ ਕੀਤੀ ਨਸ਼ੇ ਦੀ ਵੱਡੀ ਖੇਪ, ਨਾਲ ਹੀ ਕਈ ਵਿਅਕਤੀਆਂ ਦੇ ਚੋਰੀ ਹੋਏ ID ਕਾਰਡ ਵੀ ਜ਼ਬਤ। BC RCMP ਨੇ ਕਈ ਥਾਵਾਂ ਤੋਂ ਹਥਿਆਰ, ਨਸ਼ੇ ਤੇ ਨਸ਼ਾ ਤਸਕਰੀ ਦੇ ਸਬੂਤ ਕੀਤੇ ਜ਼ਬਤ। ਕੈਨੇਡੀਅਨ ਆਰਮੀ ਦਾ ਜਹਾਜ਼ ਗ੍ਰੀਸ ਤੇ ਇਟਲੀ ਦਰਮਿਆਨ ਹੋਇਆ ਕ੍ਰੈਸ਼, ਜਿਸ ਦੀ ਹੋਈ ਪੁਸ਼ਟੀ, ਇੱਕ ਫੌਜੀ ਸ਼ਹੀਦ ਤੇ 5 ਲਾਪਤਾ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਭਰ ਤੋਂ ਅੰਕੜਿਆਂ ਦੇ ਨਾਲ, ਜਿਸ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਦੱਸਾਂਗੇ ਕਿ ਹਰ ਸੂਬੇ ਦੇ ਵਿੱਚ ਆਖਿਰ ਕੋਰੋਨਾ ਵਾਇਰਸ ਦੇ ਕਿੰਨੇ ਮਰੀਜ਼ ਹੋ ਚੁੱਕੇ ਨੇ, ਕਿੰਨੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 53,225 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 21,437 ਠੀਕ ਵੀ ਹੋ ਚੁੱਕੇ ਨੇ, ਪਰ 3,184 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਵਿੱਚ ਇਹ ਗਿਣਤੀ 5,355 ਹੋ ਗਈ ਹੈ, ਜਿੱਥੇ 99 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 2,112 ਹੋਈ ਹੈ, 111 ਮੌਤਾਂ ਹੋਈਆਂ ਨੇ। ਮੈਨੀਟੋਬਾ ਵਿੱਚ 275 ਹੋਈ ਹੈ, 6 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਵਿੱਚ 118 ਹੋਈ ਹੈ। ਨਿਊਫਾਊਂਡਲੈਂਡ ਵਿੱਚ 258 ਹੋਈ ਹੈ, 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਵਿੱਚ 947 ਹੋਈ ਹੈ, 28 ਮੌਤਾਂ ਹੋਈਆਂ ਨੇ। ਓਨਟਾਰੀਓ ਵਿੱਚ 16,187 ਹੋਈ ਹੈ, 1177 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਤੇ 27 ਹੈ। ਕਿਊਬੈਕ ਵਿੱਚ 27,538 ਹੈ ਤੇ 1,859 ਮੌਤਾਂ ਹੋਈਆਂ ਨੇ। ਸਸਕੈਚਵਨ ਵਿੱਚ 399 ਹੈ ਤੇ 6 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 5 ਹੈ। ਨੂਨਾਵਤ ਵਿੱਚ 1 ਮਾਮਲਾ ਅੱਜ ਸਾਹਮਣੇ ਆ ਗਿਆ ਹੈ ਕੋਰੋਨਾ ਵਾਇਰਸ ਦਾ। ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ। ਏਅਰ ਕੈਨੇਡਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਮੁੜ ਤੋਂ ਦੁਨੀਆ ਭਰ ਦੇ ਵਿੱਚ ਆਪਣੀ ਸਰਵਿਸ ਫਿਰ ਉਸੇ ਤਰ੍ਹਾਂ ਜਿਵੇਂ ਪਹਿਲਾਂ ਚੱਲਦੀ ਸੀ, ਸਰਦੀਆਂ ਦੀਆਂ ਛੁੱਟੀਆਂ ਤੱਕ ਯਾਨੀ ਕਿ ਕ੍ਰਿਸਮਸ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਉਸ ਸਮੇਂ ਤੱਕ ਦੀ ਸਮਾਂ ਸੀਮਾ ਜੋ ਉਹ ਰੱਖੀ ਗਈ ਹੈ ਕਿ ਉਸ ਸਮੇਂ ਤੱਕ ਮੁੜ ਤੋਂ ਸਾਰਾ ਕੁਝ ਆਮ ਵਰਗਾ ਹੋ ਜਾਵੇਗਾ। ਕੋਰੋਨਾ ਵਾਇਰਸ ਦੇ ਕਾਰਨ ਏਅਰਲਾਈਨ ਕੰਪਨੀ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਤੇ ਇਸ ਦਾ ਜ਼ਿਕਰ ਵੀ ਏਅਰ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਕੀਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸਰਦੀਆਂ ਦੇ ਵਿੱਚ ਕ੍ਰਿਸਮਸ ਦੀਆਂ ਜਦੋਂ ਛੁੱਟੀਆਂ ਹੋਣੀਆਂ ਨੇ, ਉਦੋਂ ਤੱਕ ਲੋਕ ਆਪਣੇ ਮਨਾਂ ਦੇ ਵਿੱਚ ਇਹ ਬਣਾ ਸਕਦੇ ਨੇ ਕਿ ਉਹਨਾਂ ਨੂੰ ਏਅਰ ਕੈਨੇਡਾ ਦੇ ਵੱਲੋਂ ਸਰਵਿਸ ਪੂਰੀ ਤਰ੍ਹਾਂ ਮੁੜ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਦੁਨੀਆ ਭਰ ਦੇ ਵਿੱਚ ਜਦੋਂ ਏਅਰਲਾਈਨ ਸਰਵਿਸ ਚੱਲ ਵੀ ਪਵੇਗੀ, ਉਦੋਂ ਵੀ ਹੁਣ ਕੁਝ ਨਵੇਂ ਬਦਲਾਅ ਵੀ ਕੀਤੇ ਜਾਣਗੇ ਜੋ ਹੋਂਦ ਵਿੱਚ ਆਉਣਗੇ ਕਿ ਕੋਰੋਨਾ ਵਾਇਰਸ ਕਰਕੇ ਜੋ ਹਾਲਾਤ ਬਣੇ। ਇਸ ਦੌਰਾਨ ਏਅਰਲਾਈਨਸ ਦੇ ਵੱਲੋਂ ਸਿਰਫ ਇੱਕ ਏਅਰਲਾਈਨ ਨਹੀਂ, ਸਗੋਂ ਵੱਖੋ ਵੱਖਰੀਆਂ ਏਅਰਲਾਈਨਸ ਦੇ ਵੱਲੋਂ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ। ਜਦੋਂ ਹੁਣ ਮੁੜ ਤੋਂ ਇਹ ਕੰਮ ਸ਼ੁਰੂ ਹੋਵੇਗਾ, ਮੁੜ ਤੋਂ ਉਡਾਣਾਂ ਭਰਨੀਆਂ ਜਹਾਜ਼ਾਂ ਦੇ ਵੱਲੋਂ ਸ਼ੁਰੂ ਕੀਤੀਆਂ ਜਾਣਗੀਆਂ, ਤਾਂ ਇਸ ਦੌਰਾਨ ਆਮ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਹੋਰ ਜ਼ਿਆਦਾ ਕਦਮ ਚੁੱਕੇ ਜਾਣਗੇ ਤੇ ਜਿਨ੍ਹਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਰਣਨੀਤੀ ਬਣਾਈ ਜਾ ਰਹੀ ਹੈ ਤੇ ਉਸ ਰਣਨੀਤੀ ਦੇ ਬਣਾਏ ਜਾਣ ਦੇ ਕਾਰਨ ਹੀ ਇਸ ਸਮੇਂ ਦੱਸਿਆ ਗਿਆ ਹੈ ਕਿ ਸਰਦੀਆਂ ਦੀਆਂ ਛੁੱਟੀਆਂ ਤੱਕ ਸਰਵਿਸ ਪਹਿਲਾਂ ਵਾਂਗ ਮੁੜ ਤੋਂ ਸ਼ੁਰੂ ਕਰਨ ਦੇ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਹੈ ਕਿ ਕੋਰੋਨਾ ਵਾਇਰਸ ਦੇ ਕਰਕੇ ਏਅਰਲਾਈਨਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਜਦੋਂ ਇਸ ਸੰਬੰਧੀ ਹਦਾਇਤਾਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਸੀ, ਉਸੇ ਸਮੇਂ ਕੁਝ ਏਅਰਲਾਈਨਸ ਦੇ ਵੱਲੋਂ ਦੱਸ ਦਿੱਤਾ ਗਿਆ ਸੀ ਕਿ ਆਉਂਦੇ ਕੁਝ ਮਹੀਨਿਆਂ ਵਿੱਚ ਉਹ ਖੁਦ ਨੂੰ ਦੀਵਾਲੀਆ ਐਲਾਨ ਸਕਦੇ ਨੇ ਤੇ ਕਈ ਏਅਰਲਾਈਨਸ ਦੇ ਵੱਲੋਂ ਅਜਿਹਾ ਬੰਦੇ ਹਾਲਾਤ ਦਾ ਸਾਹਮਣਾ ਵੀ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਏਅਰ ਕੈਨੇਡਾ ਦੇ ਵੱਲੋਂ ਫਿਲਹਾਲ ਇਹ ਜਾਣਕਾਰੀ ਦਿੱਤੀ ਗਈ ਹੈ। ਜਦੋਂ ਕੋਵਿਡ-19 ਸੰਬੰਧੀ ਹਦਾਇਤਾਂ ਕੈਨੇਡਾ ਭਰ ਵਿੱਚ ਲਗਾਈਆਂ ਗਈਆਂ ਸਨ, ਉਸ ਮੌਕੇ ਸਭ ਤੋਂ ਪਹਿਲਾਂ ਛੋਟ ਦਿੱਤੀ ਗਈ ਸੀ ਫਾਰਮਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਨੂੰ ਕਿ ਉਹ ਆ ਸਕਦੇ ਨੇ ਤੇ ਵਰਕ ਪਰਮਿਟ ਹੈ ਜਿਨ੍ਹਾਂ ਕੋਲ ਉਹ ਆ ਸਕਦੇ ਨੇ। ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਨੂੰ ਛੋਟ ਦਿੱਤੀ ਗਈ ਸੀ ਤੇ ਇਸ ਸੰਬੰਧੀ ਜਦੋਂ ਐਲਾਨ ਹੋਇਆ, ਉਦੋਂ ਵੀ ਕਾਫੀ ਪ੍ਰਵਾਸੀ ਕਾਮੇ ਨੇ ਜੋ ਕੈਨੇਡਾ ਦੇ ਵਿੱਚ ਆਏ ਤੇ ਇਸੇ ਦੌਰਾਨ ਵੱਖੋ ਵੱਖਰੇ ਥਾਵਾਂ ਤੋਂ
ਪ੍ਰਵਾਸੀ ਕਾਮਿਆਂ ਦੇ ਦੌਰਾਨ ਕੋਰੋਨਾ ਵਾਇਰਸ ਫੈਲਣ ਦੇ ਮਾਮਲੇ ਵੀ ਸਾਹਮਣੇ ਆਏ ਤੇ ਹੁਣ ਇਸੇ ਦੌਰਾਨ ਕਿੰਗਸਵਿਲੇ ਤੋਂ ਇੱਕ ਮਸ਼ਰੂਮ ਫਾਰਮ ਜੋ ਕਿ ਹਾਈਲੈਂਡ ਮਸ਼ਰੂਮ ਫਾਰਮ ਹੈਗਾ ਤੇ ਉਹਨਾਂ ਵੱਲੋਂ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਉੱਥੇ 4 ਪ੍ਰਵਾਸੀ ਕਾਮਿਆਂ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ ਪਾਇਆ ਜਾ ਚੁੱਕਿਆ ਹੈ, ਜਿਸ ਦੇ ਬਾਰੇ ਦੱਸਿਆ ਗਿਆ ਕਿ ਮਾਰਚ ਦੇ ਅੰਤ ਵਿੱਚ ਇੱਕ ਕਾਮਾ ਬਿਮਾਰ ਹੋਇਆ ਸੀ ਜਿਸ ਨੂੰ ਕਿ ਕੋਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਇੱਕ ਹੋਰ ਕਾਮੇ ਨੂੰ ਕੋਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਇਆ ਗਿਆ ਤੇ ਉਸ ਕਾਮੇ ਦੇ 2 ਰੂਮਮੇਟ ਸਨ, ਉਹ ਵੀ ਕੋਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਏ ਗਏ ਤੇ 4 ਦੇ ਵਿੱਚੋਂ ਕਿਸੇ ਨੂੰ ਵੀ ਹਸਪਤਾਲ ਲਿਜਾਣ ਦੀ ਲੋੜ ਤਾਂ ਨਹੀਂ ਪਈ, ਪਰ ਇਸ ਦੌਰਾਨ 2 ਉਹਨਾਂ ਦੇ ਵਿੱਚੋਂ ਹੁਣ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਇਸ ਸੰਬੰਧੀ ਜਾਣਕਾਰੀ ਕੰਪਨੀ ਦੇ ਵੱਲੋਂ ਖੁਦ ਦਿੱਤੀ ਗਈ ਹੈ, ਜਿਸ ਦੇ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਜਾਣਕਾਰੀ ਉਦੋਂ ਦਿੱਤੀ ਗਈ ਹੈ ਜਦੋਂ ਪ੍ਰਵਾਸੀ ਕਾਮਿਆਂ ਨੂੰ ਕੋਰੋਨਾ ਵਾਇਰਸ ਹੋਣ ਸੰਬੰਧੀ ਜਾਣਕਾਰੀ ਜਾਰੀ ਕੀਤੀ ਜਾ ਰਹੀ ਸੀ। ਤੇ ਇਸੇ ਦੌਰਾਨ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੀਫ ਮੈਡੀਕਲ ਆਫੀਸਰ ਬੋਨੀ ਹੈਨਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਪਿਛਲੇ ਕੁਝ ਹਫ਼ਤਿਆਂ ਦਰਮਿਆਨ 900 ਪ੍ਰਵਾਸੀ ਕਾਮੇ ਆਏ ਨੇ ਤੇ ਜ਼ਿਆਦਾਤਰ ਖੇਤੀਬਾੜੀ ਦੇ ਕੰਮ ਵਾਸਤੇ ਪ੍ਰਵਾਸੀ ਕਾਮੇ ਆਏ ਨੇ ਜੋ ਕੈਨੇਡਾ ਤੋਂ ਬਾਹਰ ਹੋਰ ਮੁਲਕਾਂ ਤੋਂ ਆਏ ਤੇ ਇਸ ਦੌਰਾਨ ਉਹਨਾਂ ਵਿੱਚੋਂ 4 ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ। ਕੈਨੇਡਾ ਭਰ ਵਿੱਚ ਆਰਜ਼ੀ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਆ ਰਹੇ ਕਾਮੇ, ਜਿੱਥੇ ਇੱਕ ਪਾਸੇ ਉਹਨਾਂ ਕਾਮਿਆਂ ਨੂੰ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰੱਖਿਆ ਜਾਂਦਾ ਹੈ, ਤਾਂ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 900 ਕਾਮੇ ਪਿਛਲੇ ਕੁਝ ਹਫ਼ਤਿਆਂ ਦਰਮਿਆਨ ਆਏ, ਜਿਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਆਏ 900 ਕਾਮਿਆਂ ਵਿੱਚੋਂ 4 ਕਾਮੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਨੇ। ਇਸ ਦੌਰਾਨ ਡਾਕਟਰ ਬੋਨੀ ਹੈਨਰੀ ਨੇ ਜਾਣਕਾਰੀ ਦਿੱਤੀ ਕਿ ਜਿੰਨੇ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਬਾਹਰਲੇ ਮੁਲਕਾਂ ਤੋਂ ਕੰਮ ਕਰਨ ਵਾਸਤੇ ਆਏ, ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਤੰਦਰੁਸਤ ਨੇ ਤੇ ਆਪਣੇ 14 ਦਿਨ ਦਾ ਸਮਾਂ ਇਕੱਲੇ ਰਹਿਣ ਦਾ ਪੂਰਾ ਕਰਨ ਤੋਂ ਬਾਅਦ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਵਿੱਚ ਲੱਗ ਗਏ ਨੇ। ਇੱਥੇ ਜ਼ਿਕਰਯੋਗ ਹੈ ਕਿ 15 ਦਿਨ ਵਾਸਤੇ ਜਿਵੇਂ ਕਿ ਕਾਮਿਆਂ ਦੇ ਵੱਲੋਂ ਕੰਮ ਨਹੀਂ ਸੀ ਕੀਤਾ ਜਾਣਾ ਜੋ ਬਾਹਰਲੇ ਮੁਲਕਾਂ ਤੋਂ ਆ ਰਹੇ ਨੇ, ਕਿਉਂਕਿ ਇਹਨਾਂ ਦਿਨਾਂ ਲਈ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਰੱਖਿਆ ਜਾਣਾ ਸੀ ਕਿ ਕਿਤੇ ਆਪਣੇ ਨਾਲ ਉਹ ਕੋਰੋਨਾ ਵਾਇਰਸ ਨਾਲ ਲੈ ਆਏ ਹੋਣ, ਜਿਸ ਦੇ ਕਰਕੇ ਫੈਡਰਲ ਸਰਕਾਰ ਵੱਲੋਂ ਵਿੱਤੀ ਤੌਰ ਦੇ ਉੱਤੇ ਵੀ ਮਦਦ ਦਿੱਤੀ ਜਾ ਰਹੀ ਹੈ। ਖੇਤੀਬਾੜੀ ਦਾ ਕੰਮ ਕਰਨ ਵਾਲੇ ਕਾਮਿਆਂ ਦੇ ਇੰਪਲੋਇਰਸ ਨੂੰ ਪ੍ਰਤੀ ਕਾਮੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਨੇ। ਇਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਜਿਹੜੇ ਕਾਮੇ ਆਏ ਉਹਨਾਂ ਵਿੱਚ 900 ਚੋਂ 4 ਨੂੰ ਕੋਰੋਨਾ ਵਾਇਰਸ ਪਾਇਆ ਗਿਆ, ਯਾਨੀ ਕਿ ਇੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਕਾਮੇ ਆ ਰਹੇ ਨੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ 14 ਦਿਨ ਰੱਖਣ ਦਾ ਇਹ ਫਾਇਦਾ ਹੋਇਆ ਹੈ ਕਿ ਕੋਈ ਵੀ ਤੰਦਰੁਸਤ ਵਿਅਕਤੀ ਹੈ ਜਿਹੜਾ ਉਹ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਾਹਰ ਆ ਕੇ ਕੰਮ ਕਰ ਸਕਦਾ ਹੈ। ਜੇਕਰ ਕੋਈ ਤੰਦਰੁਸਤ ਨਹੀਂ ਹੈ, ਉਸ ਦੇ ਬਾਰੇ ਪਤਾ ਲੱਗ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਤੇ ਹੁਣ ਜਿਹੜੇ 4 ਕਾਮੇ ਜੋ ਬਾਹਰਲੇ ਮੁਲਕਾਂ ਤੋਂ ਆਏ ਸੀ ਉਹ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਨੇ, ਉਹਨਾਂ ਦਾ ਇਸ ਸਮੇਂ ਇਲਾਜ ਜਾਰੀ ਹੈ। ਅਗਲੀ ਖਬਰ ਐਲਬਰਟਾ ਤੋਂ ਹੈ। ਐਲਬਰਟਾ ਸਰਕਾਰ ਦੇ ਵੱਲੋਂ ਅੱਜ ਖਾਸ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਜੇਸਨ ਕੈਨੀ ਨੇ ਦੱਸਿਆ ਕਿ ਸੋਮਵਾਰ ਤੋਂ ਮੁੜ ਤੋਂ ਇਕਨੋਮੀ ਨੂੰ ਖੋਲ੍ਹਣ ਦਾ ਕੰਮ ਕਰ ਦਿੱਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਰਣਨੀਤੀ ਬਣਾਈ ਜਾ ਰਹੀ ਹੈ ਜਿਸ ਦਾ ਐਲਾਨ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਹੋ ਜਾਵੇਗਾ, ਪਰ ਪ੍ਰੀਮੀਅਰ ਜੇਸਨ ਕੈਨੀ ਜੋ ਕਿ ਐਲਬਰਟਾ ਦੇ ਪ੍ਰੀਮੀਅਰ ਨੇ ਉਹਨਾਂ ਨੇ ਇਸ ਰਣਨੀਤੀ ਦਾ ਐਲਾਨ ਕਰ ਹੀ ਦਿੱਤਾ ਹੈ ਕਿ ਇਸ ਦੌਰਾਨ ਹਾਲਾਤ ਆਮ ਵਰਗੇ ਹੋ ਰਹੇ ਨੇ, ਜਿਸ ਨੂੰ ਦੇਖਦੇ ਹੋਏ ਥੋੜ੍ਹੇ ਕਰਕੇ ਚੀਜ਼ਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਸੋਮਵਾਰ ਤੋਂ ਐਲਬਰਟਾ ਦੇ ਵਿੱਚ ਕਾਫੀ ਚੀਜ਼ਾਂ ਨੂੰ ਖੋਲ੍ਹਣ ਦੇ ਵਾਸਤੇ ਇਜਾਜ਼ਤ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੂਨ 1 ਤੱਕ ਕੈਂਪਿੰਗ ਸਾਈਟਸ ਨੇ ਜੋ ਤੇ ਇਸ ਦੇ ਨਾਲ ਹੀ ਗੋਲਫ ਕਲੱਬ ਵੀ ਖੋਲ੍ਹਣ ਦੇ ਬਾਰੇ ਇਸ ਸਮੇਂ ਜਾਣਕਾਰੀ ਦਿੱਤੀ ਗਈ ਹੈ ਤੇ ਕਾਫੀ ਚੀਜ਼ਾਂ ਅਜਿਹੀਆਂ ਨੇ, ਕਾਫੀ ਬਿਜ਼ਨਸ ਨੇ ਜਿਨ੍ਹਾਂ ਨੂੰ ਕੋਵਿਡ-19 ਦੇ ਕਰਕੇ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਮੁੜ ਤੋਂ ਉਹਨਾਂ ਨੂੰ ਖੋਲ੍ਹ ਦਿੱਤਾ ਜਾਵੇਗਾ ਤੇ ਇਸ ਸੰਬੰਧੀ ਪ੍ਰੀਮੀਅਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਵੱਖੋ ਵੱਖਰੇ ਸੂਬਿਆਂ ਦੇ ਵੱਖੋ ਵੱਖਰੇ ਪ੍ਰੀਮੀਅਰਸ ਦੇ ਵੱਲੋਂ ਇਸ ਮੌਕੇ ਅਜਿਹੇ ਐਲਾਨ ਕੀਤੇ ਜਾ ਰਹੇ ਨੇ, ਜਿਵੇਂ ਕਿ ਕਿਊਬੈਕ ਦੇ ਵਿੱਚ 11 ਮਈ ਤੋਂ ਸਕੂਲ ਖੋਲ੍ਹਣ ਦੇ ਬਾਰੇ ਵੀ ਗੱਲ ਕਹੀ ਗਈ ਹੈ ਤੇ ਕੁਝ ਇਸੇ ਤਰ੍ਹਾਂ ਵੱਖੋ ਵੱਖਰੇ ਸੂਬਿਆਂ ਵਿੱਚ ਇਹ ਹੁਣ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਾਲ ਲੜਦੇ ਹੋਏ ਇਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਮਯਾਬੀ ਕਿਤੇ ਨਾ ਕਿਤੇ ਮਿਲ ਰਹੀ ਹੈ ਤੇ ਸਥਿਤੀ ਨੂੰ ਦੇਖਦੇ ਹੋਏ ਇਸ ਸਮੇਂ ਫੈਸਲਾ ਲਿਆ ਜਾ ਰਿਹਾ ਹੈ ਕਿ ਆਰਥਿਕਤਾ ਨੂੰ ਹੁਣ ਖੋਲ੍ਹਣ ਦਾ ਸਮਾਂ ਆ ਰਿਹਾ ਹੈ, ਜਿਸ ਦੇ ਵਿੱਚ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਕਈ ਸੂਬਿਆਂ ਦੇ ਵੱਲੋਂ ਇਹ ਫੈਸਲੇ ਲਾਗੂ ਵੀ ਕਰ ਦਿੱਤੇ ਜਾਣਗੇ। ਅਗਲੀ ਖਬਰ ਹੈ ਕਿ BCRCMP ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਉਹਨਾਂ ਨੇ ਹੈਲਥ ਕੈਨੇਡਾ ਦੇ ਨਾਲ ਮਿਲ ਕੇ ਰਿਚਮੰਡ ਤੋਂ ਇੱਕ ਵਿਅਕਤੀ ਦੇ ਕੋਲੋਂ 1500 ਕੋਵਿਡ-19 ਦੀਆਂ ਟੈਸਟ ਕਿਟਸ ਬਰਾਮਦ ਕੀਤੀਆਂ ਨੇ ਜੋ ਕਿ ਗੈਰ ਕਾਨੂੰਨੀ ਨੇ। BCRCMP ਫੈਡਰਲ ਸੀਰੀਅਸ ਐਂਡ ਆਰਗੇਨਾਈਜੇਸ਼ਨ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਹੈਲਥ ਕੈਨੇਡਾ ਦੇ ਨਾਲ ਮਿਲ ਕੇ 1500 ਗੈਰ ਕਾਨੂੰਨੀ ਕੋਵਿਡ-19 ਦੀਆਂ ਟੈਸਟ ਕਿਟਸ ਬਰਾਮਦ ਕੀਤੀਆਂ ਗਈਆਂ ਨੇ। ਰਿਚਮੰਡ ਤੋਂ ਇੱਕ ਵਿਅਕਤੀ ਤੋਂ ਇਹਨਾਂ 1500 ਗੈਰ ਕਾਨੂੰਨੀ ਕਿਟਸ ਨੂੰ ਜ਼ਬਤ ਕੀਤਾ ਗਿਆ,
ਜਿਸ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਸ ਵਿਅਕਤੀ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਟੈਸਟ ਕਿਟਸ ਨੂੰ ਵੇਚਿਆ ਜਾ ਰਿਹਾ ਸੀ, ਇਹ ਕਹਿ ਕੇ ਕਿ ਕੋਵਿਡ-19 ਦਾ ਟੈਸਟ ਵਿਅਕਤੀ ਕਰ ਸਕਦੇ ਨੇ, ਜਿਸ ਸੰਬੰਧੀ ਇਹਨਾਂ ਵਿੱਚੋਂ ਕਈ ਕਿਟਸ ਵੇਚੀਆਂ ਵੀ ਜਾ ਚੁੱਕੀਆਂ ਸਨ। ਹੈਲਥ ਕੈਨੇਡਾ ਦੇ ਇੰਸਪੈਕਟਰਸ ਦੇ ਵੱਲੋਂ ਇਸ ਸੰਬੰਧੀ RCMP ਦੇ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕੋਵਿਡ-19 ਟੈਸਟ ਕਿਟਸ ਵੇਚੀਆਂ ਜਾ ਰਹੀਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਕਈ ਲੋਕਾਂ ਨੂੰ ਨਿੱਜੀ ਤੌਰ ਦੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਕੋਵਿਡ-19 ਦਾ ਟੈਸਟ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ, ਪਰ ਇੱਥੇ ਹੈਲਥ ਕੈਨੇਡਾ ਵੱਲੋਂ ਬਾਰ-ਬਾਰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਤੱਕ ਮਾਨਤਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕੋਈ ਵੀ ਕੋਵਿਡ-19 ਦੀ ਟੈਸਟ ਕਿੱਟ ਦੇ ਰਾਹੀਂ ਟੈਸਟ ਨਹੀਂ ਕੀਤਾ ਜਾ ਸਕਦਾ ਤੇ ਨਾਲ ਹੀ ਕੋਵਿਡ-19 ਦੇ ਸਾਰੇ ਟੈਸਟ ਜੋ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਨੇ ਉਹ ਮੁਫਤ ਦੇ ਵਿੱਚ ਨੇ। ਹੁਣ ਇਸ ਦਾ ਸਬੰਧ ਉਹਨਾਂ ਮਾਮਲਿਆਂ ਨਾਲ ਹੋਣਾ ਜਾਪ ਰਿਹਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਸੰਪਰਕ ਕਰਕੇ ਕਿਹਾ ਜਾ ਰਿਹਾ ਸੀ ਕਿ ਉਹ ਇੰਨੇ ਪੈਸੇ ਦੇਣਗੇ ਤਾਂ ਉਹਨਾਂ ਦਾ ਕੋਵਿਡ-19 ਦਾ ਟੈਸਟ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਦੋਂ ਕੋਵਿਡ-19 ਨਾਲ ਜੁੜੀਆਂ ਹਦਾਇਤਾਂ ਲੱਗਣੀਆਂ ਸ਼ੁਰੂ ਹੋਈਆਂ ਸਨ ਉਦੋਂ ਤੋਂ ਹੀ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ ਤੇ ਉਦੋਂ ਤੋਂ ਹੀ ਪੁਲਿਸ ਦੇ ਵੱਲੋਂ ਬਾਰ-ਬਾਰ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਜਾ ਰਿਹਾ ਸੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੈਲਥ ਕੈਨੇਡਾ ਤੋਂ ਇਲਾਵਾ ਹੋਰ ਕੋਈ ਵੀ ਕੋਵਿਡ-19 ਦਾ ਟੈਸਟ ਨਹੀਂ ਕਰ ਸਕਦਾ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗੈਰ ਕਾਨੂੰਨੀ ਹੈ ਤੇ ਹੁਣ 1500 ਅਜਿਹੀਆਂ ਕਿਟਸ ਰਿਚਮੰਡ ਤੋਂ ਬਰਾਮਦ ਕੀਤੀਆਂ ਗਈਆਂ ਨੇ। ਅਗਲੀ ਖਬਰ ਸਰੀ ਤੋਂ ਹੈ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਨਿਊਟਨ ਖੇਤਰ ਵਿੱਚ ਪੈਟਰੋਲਿੰਗ ਦੇ ਦੌਰਾਨ ਦੋ ਵਿਅਕਤੀ ਆਪਸ ਦੇ ਵਿੱਚ ਬਹਿਸ ਰਹੇ ਸਨ ਤਾਂ ਉਸ ਦੌਰਾਨ ਇੱਕ ਵਾਹਨ ਉੱਥੇ ਮੌਜੂਦ ਸੀ ਜਿਸ ਦੇ ਵਿੱਚ ਕੋਈ ਵੀ ਨਹੀਂ ਸੀ। ਜਦੋਂ ਉਸ ਵਾਹਨ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਉਸ ਦੇ ਵਿੱਚੋਂ ਨਸ਼ੇ ਦੀ ਖੇਪ ਮਿਲੀ ਤੇ ਨਾਲ ਹੀ ਉਸ ਦੀਆਂ ਤਸਵੀਰਾਂ ਵੀ ਪੁਲਿਸ ਨੇ ਜਾਰੀ ਕੀਤੀਆਂ ਨੇ। ਸਿਰਫ ਨਸ਼ਾ ਹੀ ਨਹੀਂ ਸਗੋਂ ਕਈ ID ਕਾਰਡ ਵੀ ਮਿਲੇ, ਕਈ ਵਿਅਕਤੀਆਂ ਦੇ ਬੈਂਕਾਂ ਦੇ ਕਾਰਡ ਮਿਲੇ ਤੇ ਇਸ ਦੌਰਾਨ ਕ੍ਰੈਡਿਟ ਕਾਰਡ ਜਾਂ ਫਿਰ ਉਹਨਾਂ ਦੇ ਡੈਬਿਟ ਕਾਰਡ ਉਸ ਦੇ ਵਿੱਚ ਮੌਜੂਦ ਸਨ ਤੇ ਇਸ ਸੰਬੰਧੀ ਇੱਕ ਗ੍ਰਿਫਤਾਰੀ ਪਹਿਲਾਂ ਪੁਲਿਸ ਦੇ ਵੱਲੋਂ ਕੀਤੀ ਗਈ ਪਰ ਬਾਅਦ ਵਿੱਚ ਵਿਅਕਤੀ ਨੂੰ ਛੱਡ ਦਿੱਤਾ ਗਿਆ ਜਿਸ ਦੇ ਉੱਤੇ ਫਿਲਹਾਲ ਤਾਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਸਰੀ ਦੇ ਨਿਊਟਨ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਅਗਲੀ ਖਬਰ ਹੈ ਕਿ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਈ ਹਥਿਆਰ, ਨਸ਼ਾ ਤੇ ਨਸ਼ਾ ਤਸਕਰੀ ਦੇ ਸਬੂਤ ਆਪਣੇ ਕਬਜ਼ੇ 'ਚ ਕੀਤੇ ਨੇ। ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਇਹ ਪੂਰਾ ਮਾਮਲਾ। ਨਸ਼ਾ ਤਸਕਰੀ ਦੀ ਜਾਂਚ ਕਰ ਰਹੇ RCMP ਦੇ ਅਧਿਕਾਰੀਆਂ ਨੇ 25 ਹਥਿਆਰ ਜਿਨ੍ਹਾਂ ਵਿੱਚ ਪਿਸਟਲ ਜਿਸ ਦੇ ਉੱਤੇ ਸਾਇਲੈਂਸਰ ਵੀ ਲੱਗਿਆ ਹੋਇਆ ਸੀ, ਲੋਡਡ ਰਾਈਫਲ ਤੇ ਨਾਲ ਹੀ ਨਸ਼ਾ ਵੀ ਬਰਾਮਦ ਕੀਤਾ ਹੈ। ਨਸ਼ੇ ਵਿੱਚ ਕੋਕੇਨ ਤੇ ਨਾਲ ਹੀ $9,000 ਦਾ ਕੈਸ਼ ਵੀ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਨਸ਼ਾ ਤਸਕਰੀ ਦੇ ਸਬੂਤ ਵੀ ਮਿਲੇ ਨੇ। ਅਪ੍ਰੈਲ 24 ਨੂੰ ਇਹ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਜਾਂਚ ਦੌਰਾਨ ਪੁਲਿਸ ਨੂੰ ਕਈ ਨਸ਼ਾ ਤਸਕਰੀ ਦੇ ਸਬੂਤ ਵੀ ਮਿਲੇ ਸਨ ਤੇ ਨਾਲ ਹੀ ਉਹਨਾਂ ਨੂੰ ਪਤਾ ਲੱਗਿਆ ਸੀ ਹਥਿਆਰਾਂ ਦੇ ਬਾਰੇ। ਸੂਕ ਲੈਂਗਫੋਰਡ ਤੇ ਸਾਨਿਚ ਦੇ ਵਿੱਚ ਜਾਂਚ ਕੀਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਇੱਕ ਵੱਡਾ ਨਸ਼ਾ ਤਸਕਰੀ ਦਾ ਗਿਰੋਹ ਆਪਣਾ ਕੰਮ ਕਰ ਰਿਹਾ ਸੀ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਇਸ ਸੰਬੰਧੀ ਹੋਰ ਵਿਅਕਤੀ ਵੀ ਮਾਮਲੇ ਨਾਲ ਜੁੜੇ ਹੋਏ ਨੇ ਅਜਿਹਾ ਕਿਹਾ ਜਾ ਰਿਹਾ ਹੈ ਪਰ ਇਸ ਮੌਕੇ ਜਦੋਂ ਜਾਂਚ ਕੀਤੀ ਗਈ ਹੈ ਤਾਂ ਇੱਕ 25 ਸਾਲਾ ਔਰਤ, ਇੱਕ 36 ਸਾਲਾ ਵਿਅਕਤੀ ਤੇ ਇੱਕ 46 ਸਾਲਾ ਵਿਅਕਤੀ, 3 ਗ੍ਰਿਫਤਾਰੀਆਂ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ। ਮਾਮਲੇ ਵਿੱਚ ਇਹ ਵੀ ਕਿਹਾ ਗਿਆ ਕਿ ਕੋਕੇਨ ਪੂਰੀ ਤਰ੍ਹਾਂ ਪੈਕ ਕੀਤੀ ਹੋਈ ਸੀ ਜਦੋਂ ਪੁਲਿਸ ਨੇ ਬਰਾਮਦ ਕੀਤੀ ਜਿਸ ਨੂੰ ਕਿ ਤਸਕਰੀ ਦੇ ਵਾਸਤੇ ਪੂਰੀ ਤਰ੍ਹਾਂ ਤਿਆਰ ਕਰਕੇ ਰੱਖਿਆ ਹੋਇਆ ਸੀ। ਇਸ ਮੌਕੇ ਪੁਲਿਸ ਦਾ ਮੰਨਣਾ ਹੈ ਕਿ ਨਸ਼ਾ ਤਸਕਰੀ ਦਾ ਇਹ ਗਿਰੋਹ ਕਾਫੀ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਿਹਾ ਹੈ ਜਿਸ ਦੇ ਵਿੱਚ ਹੋਰ ਵੀ ਵਿਅਕਤੀ ਜੁੜੇ ਹੋਏ ਨੇ ਜਿਸ ਦੇ ਵਿੱਚ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਿਵੇਂ ਕਿ ਕੱਲ੍ਹ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਸੀ ਕਿ ਗ੍ਰੀਸ ਦੇ ਕੋਲ ਸਮੁੰਦਰ ਦੇ ਵਿੱਚ ਕੈਨੇਡੀਅਨ ਆਰਮੀ ਦਾ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਹੈ ਤੇ ਗ੍ਰੀਸ ਦੇ ਮੀਡੀਆ ਦੇ ਵੱਲੋਂ ਤਾਂ ਕੱਲ੍ਹ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਜਹਾਜ਼ ਕ੍ਰੈਸ਼ ਹੋ ਗਿਆ ਹੈ ਜੋ ਕਿ ਮਿਲਟਰੀ ਦਾ ਹੈਲੀਕਾਪਟਰ ਸੀ, ਕੈਨੇਡੀਅਨ ਮਿਲਟਰੀ ਦਾ। ਤੇ ਇਸ ਦੌਰਾਨ ਅੱਜ ਕੈਨੇਡਾ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਫੌਜੀ ਇਸ ਦੇ ਵਿੱਚ ਸ਼ਹੀਦ ਹੋ ਗਿਆ ਤੇ 5 ਹਜੇ ਤੱਕ ਲਾਪਤਾ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਹੈ ਜੋ ਉਹ ਗ੍ਰੀਸ ਤੇ ਇਟਲੀ ਦੇ ਦਰਮਿਆਨ ਪਾਣੀ ਵਿੱਚ ਵਾਪਰਿਆ ਤੇ ਇਸ ਦੌਰਾਨ ਇਹ ਵੀ ਹੈ ਕਿ ਤੂਫਾਨ ਆਇਆ ਸੀ ਜਿਸ ਨੂੰ ਕਾਰਨ ਮੰਨਿਆ ਜਾ ਰਿਹਾ ਹੈ ਕਿ ਜੋ ਕੈਨੇਡੀਅਨ ਮਿਲਟਰੀ ਦਾ ਜਹਾਜ਼ ਹੈ ਉਹ ਕ੍ਰੈਸ਼ ਹੋ ਗਿਆ। ਇਸ ਦੌਰਾਨ ਨਾਟੋ ਦੀ ਟੀਮ ਦੇ ਵਜੋਂ ਕੰਮ ਕੀਤਾ ਜਾ ਰਿਹਾ ਸੀ ਤੇ ਉਸੇ ਸਮੇਂ ਕੈਨੇਡੀਅਨ ਮਿਲਟਰੀ ਦਾ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਹੈ ਜੋ ਸਾਹਮਣੇ ਆਇਆ ਤੇ ਹੁਣ ਤੱਕ ਨੋਵਾ ਸਕੋਸ਼ੀਆ ਤੋਂ ਇੱਕ ਆਫੀਸਰ ਸੀ ਜਿਸ ਦੀ ਪਛਾਣ ਵੀ ਹੋ ਗਈ ਹੈ। ਤੁਸੀਂ ਤਸਵੀਰ ਦੇਖ ਸਕਦੇ ਹੋ, 23 ਸਾਲ ਇਸ ਆਫੀਸਰ ਦੀ ਉਮਰ ਹੈ ਜਿਸ ਦੇ ਬਾਰੇ ਹੁਣ ਤੱਕ ਪੁਸ਼ਟੀ ਹੋਈ ਹੈ ਕਿ ਇਸ ਕ੍ਰੈਸ਼ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ ਪਰ 5 ਹੋਰ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ। ਪੁਲਿਸ ਦੇ ਵੱਲੋਂ ਡਰਾਈਵਰਸ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ
ਕਿ ਆਪਣੀ ਗੱਡੀ ਦੀ ਚਾਬੀ ਜਿਹੜੀ ਕਿ ਵਾਧੂ ਚਾਬੀ ਹੁੰਦੀ ਹੈ ਉਹ ਗੱਡੀ ਦੇ ਵਿੱਚ ਹੀ ਛੱਡ ਕੇ ਨਾ ਜਾਣ। ਇਸ ਦੇ ਨਾਲ ਹੀ ਡਰਾਈਵਰਸ ਨੂੰ ਹੋਰ ਕਈ ਹਦਾਇਤਾਂ ਤੇ ਚੇਤਾਵਨੀਆਂ ਦਿੱਤੀਆਂ ਗਈਆਂ ਨੇ। ਆਖਿਰ ਕਿਉਂ, ਤੁਹਾਨੂੰ ਦਿਖਾਉਂਦੇ ਹਾਂ। RCMP ਨੇ ਇੱਕ ਰਿਪੋਰਟ ਜਾਰੀ ਕਰਦੇ ਹੋਏ ਸਾਰੇ ਹੀ ਡਰਾਈਵਰਸ ਨੂੰ ਚੇਤਾਵਨੀ ਦਿੱਤੀ ਹੈ, ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਵਾਧੂ ਚਾਬੀ ਗੱਡੀ ਦੇ ਵਿੱਚ ਹੀ ਨਾ ਰੱਖਣ। ਇਸ ਸੰਬੰਧੀ ਨਾਰਥ ਵੈਨਕੂਵਰ RCMP ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਉਹਨਾਂ ਨੂੰ 24 ਕਾਰਾਂ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ, ਜਿਸ ਦੇ ਵਿੱਚ 17 ਕਾਰਾਂ ਇਸ ਕਰਕੇ ਚੋਰੀ ਹੋਈਆਂ ਕਿਉਂਕਿ ਡਰਾਈਵਰ ਉਹਨਾਂ ਕਾਰਾਂ ਨੂੰ ਲੌਕ ਕਰਨਾ ਭੁੱਲ ਗਏ ਸਨ। 12 ਕਾਰਾਂ ਇਸ ਕਰਕੇ ਚੋਰੀ ਹੋਈਆਂ ਕਿਉਂਕਿ ਕਾਰਾਂ ਦੀ ਵਾਧੂ ਚਾਬੀ ਕਾਰਾਂ ਦੇ ਵਿੱਚ ਹੀ ਡਰਾਈਵਰਸ ਦੇ ਵੱਲੋਂ ਰੱਖੀ ਗਈ ਸੀ। ਇਸ ਸੰਬੰਧੀ ਖਾਸ ਤੌਰ ਤੇ ਸਾਰੇ ਡਰਾਈਵਰਸ ਨੂੰ ਕਿਹਾ ਗਿਆ ਹੈ ਕਿ ਜਿਹੜੀ ਕਾਰ ਦੀ ਵਾਧੂ ਚਾਬੀ ਹੈ ਉਸ ਨੂੰ ਆਪਣੇ ਘਰ ਦੇ ਵਿੱਚ ਵੱਖਰੇ ਥਾਂ ਦੇ ਉੱਤੇ ਰੱਖਿਆ ਜਾਵੇ, ਨਾ ਕਿ ਗੱਡੀ ਦੇ ਵਿੱਚ। ਗੱਡੀ ਦੇ ਵਿੱਚ ਚੋਰਾਂ ਦੇ ਵੱਲੋਂ ਸਾਰੇ ਕਿਤੇ ਲੱਭਿਆ ਜਾਂਦਾ ਹੈ, ਜਿਸ ਤਹਿਤ ਉਹਨਾਂ ਦੇ ਵੱਲੋਂ ਆਪਣੇ ਯੰਤਰ ਦੀ ਮਦਦ ਦੇ ਨਾਲ ਕਾਰ ਨੂੰ ਚੋਰੀ ਕਰ ਲਿਆ ਜਾਂਦਾ ਹੈ ਤੇ ਵੱਖੋ ਵੱਖਰੇ ਤਰੀਕੇ ਕਾਰਾਂ ਨੂੰ ਚੋਰੀ ਕਰਨ ਦੇ ਲਈ ਅਪਣਾਏ ਜਾ ਰਹੇ ਨੇ। ਕਾਰਾਂ ਦੀ ਸੁਰੱਖਿਆ ਵਾਸਤੇ ਬਾਰ-ਬਾਰ ਕਈ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਕੋਈ ਵੀ ਮਹਿੰਗਾ ਸਮਾਨ ਸੀਟਾਂ ਦੇ ਉੱਤੇ ਨਾ ਛੱਡਿਆ ਜਾਵੇ, ਜਿਸ ਨੂੰ ਚੁੱਕਣ ਵਾਸਤੇ ਚੋਰ ਸ਼ੀਸ਼ਾ ਤੋੜ ਦਿੰਦੇ ਨੇ। ਇੱਥੋਂ ਤੱਕ ਕਿ ਵੀ ਬਾਰ-ਬਾਰ ਕਿਹਾ ਜਾਂਦਾ ਹੈ ਕਿ ਜਦੋਂ ਸਵੇਰੇ ਕੰਮ ਤੇ ਜਾਣਾ ਹੋਵੇ ਤਾਂ ਕਾਰ ਨੂੰ ਗਰਮ ਹੋਣੀ ਲਗਾ ਕੇ ਸਟਾਰਟ ਕਰਕੇ ਦੁਬਾਰਾ ਅੰਦਰ ਨਾ ਜਾਇਆ ਜਾਵੇ। ਤੇ ਇਸ ਦੌਰਾਨ ਵੀ ਕਈ ਕਾਰਾਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਨੇ। ਚੌਕਸ ਰਹਿਣ ਦੇ ਲਈ ਡਰਾਈਵਰਸ ਨੂੰ ਕਿਹਾ ਜਾ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਇਸ ਸਮੇਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੀ ਕਾਰ ਦੇ ਮੈਟ ਦੇ ਹੇਠਾਂ ਵੀ ਕਿਸੇ ਵੀ ਥਾਂ ਦੇ ਉੱਤੇ ਵਾਧੂ ਚਾਬੀ ਨਾ ਰੱਖੀ ਜਾਵੇ, ਕਿਉਂਕਿ ਜਿਹੜੇ ਕਾਰ ਚੋਰੀ ਕਰਦੇ ਨੇ ਉਹ ਹਰ ਥਾਂ ਦੇ ਉੱਤੇ ਫੋਲ ਕੇ ਲੱਭ ਲੈਂਦੇ ਨੇ ਕਿ ਆਖਿਰ ਕਾਰ ਦੀ ਚਾਬੀ ਕਿੱਥੇ ਹੈ। ਅੱਜ ਦੇ ਇਸ ਖਬਰਾਂ ਦੇ ਬੁਲਟਨ ਵਿੱਚ ਇੰਨਾ ਹੀ। ਅੰਤ ਵਿੱਚ ਤੁਹਾਨੂੰ ਦੱਸ ਦੇਵਾਂ ਕਿ ਜਿਵੇਂ ਕਿ 30 ਅਪ੍ਰੈਲ ਦਾ ਦਿਨ ਹੈ ਅੱਜ ਤੇ ਜਰਨੈਲ ਹਰੀ ਸਿੰਘ ਨਲੂਆ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਖਾਸ ਪੇਸ਼ਕਸ਼ TV ਪੰਜਾਬ ਦੇ ਵੱਲੋਂ ਤਿਆਰ ਕੀਤੀ ਗਈ ਤੇ ਉਸ ਪੇਸ਼ਕਸ਼ ਦੇ ਵਿੱਚ ਜਰਨੈਲ ਹਰੀ ਸਿੰਘ ਨਲੂਆ ਦੇ ਜੀਵਨ ਦੇ ਉੱਤੇ ਝਾਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਉਸ ਪੇਸ਼ਕਸ਼ ਨੂੰ TV ਪੰਜਾਬ ਦੇ ਵੱਖੋ-ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਤੇ TV ਚੈਨਲ ਦੇ ਉੱਤੇ ਦੇਖ ਸਕਦੇ ਹੋ। ਇਸ ਦੇ ਨਾਲ ਹੀ ਬੁਲਟਨ ਦੇ ਅੰਤ ਵਿੱਚ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਿੰਨੇ ਹੋਏ ਮਰੀਜ਼, ਕਿੰਨੇ ਹੋਏ ਠੀਕ ਤੇ ਕਿੰਨੀਆਂ ਹੋਈਆਂ ਮੌਤਾਂ। ਏਅਰ ਕੈਨੇਡਾ ਵੱਲੋਂ ਆਇਆ ਬਿਆਨ, ਆਉਂਦੀਆਂ ਸਰਦੀਆਂ ਤੱਕ ਦੁਨੀਆ ਭਰ ਵਿੱਚ ਮੁੜ ਤੋਂ ਸ਼ੁਰੂ ਹੋਣਗੀਆਂ ਉਡਾਣਾਂ। ਓਨਟਾਰੀਓ ਦੇ ਇੱਕ ਹੋਰ ਫਾਰਮ ਵਿੱਚ ਕਾਮਿਆਂ ਨੂੰ ਹੋਇਆ ਕੋਰੋਨਾ ਵਾਇਰਸ, ਪ੍ਰਵਾਸੀ ਹਨ ਕਾਮੇ। ਐਲਬਰਟਾ ਸਰਕਾਰ ਨੇ ਕੀਤਾ ਸੋਮਵਾਰ ਤੋਂ ਕਈ ਬਿਜ਼ਨਸ ਖੋਲ੍ਹ ਦੇਣ ਦਾ ਐਲਾਨ। ਜੂਨ 1 ਤੱਕ ਕਈ ਕੈਂਪ ਲਾਉਣ ਵਾਲੀਆਂ ਥਾਵਾਂ ਵੀ ਖੋਲ੍ਹੀਆਂ ਜਾਣਗੀਆਂ। ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਹਫ਼ਤਿਆਂ ਵਿੱਚ ਆਏ 900 ਪ੍ਰਵਾਸੀ ਕਾਮੇ। ਬਾਹਰਲੇ ਮੁਲਕਾਂ ਤੋਂ ਆਏ ਕਾਮਿਆਂ ਵਿੱਚੋਂ 4 ਹਨ ਕੋਰੋਨਾ ਵਾਇਰਸ ਦੇ ਮਰੀਜ਼। ਰਿਚਮੰਡ ਵਿੱਚ ਇੱਕ ਵਿਅਕਤੀ ਤੋਂ ਪੁਲਿਸ ਨੇ ਜ਼ਬਤ ਕੀਤੀਆਂ ਗੈਰ ਕਾਨੂੰਨੀ COVID-19 ਦੀਆਂ ਟੈਸਟ ਕਿਟਸ, ਜਿਨ੍ਹਾਂ ਨੂੰ ਵੇਚ ਰਿਹਾ ਸੀ ਵਿਅਕਤੀ। ਸਰੀ RCMP ਨੇ ਜ਼ਬਤ ਕੀਤੀ ਨਸ਼ੇ ਦੀ ਵੱਡੀ ਖੇਪ, ਨਾਲ ਹੀ ਕਈ ਵਿਅਕਤੀਆਂ ਦੇ ਚੋਰੀ ਹੋਏ ID ਕਾਰਡ ਵੀ ਜ਼ਬਤ। BC RCMP ਨੇ ਕਈ ਥਾਵਾਂ ਤੋਂ ਹਥਿਆਰ, ਨਸ਼ੇ ਤੇ ਨਸ਼ਾ ਤਸਕਰੀ ਦੇ ਸਬੂਤ ਕੀਤੇ ਜ਼ਬਤ। ਕੈਨੇਡੀਅਨ ਆਰਮੀ ਦਾ ਜਹਾਜ਼ ਗ੍ਰੀਸ ਤੇ ਇਟਲੀ ਦਰਮਿਆਨ ਹੋਇਆ ਕ੍ਰੈਸ਼, ਜਿਸ ਦੀ ਹੋਈ ਪੁਸ਼ਟੀ। 1 ਫੌਜੀ ਸ਼ਹੀਦ ਤੇ 5 ਲਾਪਤਾ। ਅੱਜ ਦੇ ਇਸ ਬੁਲਟਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।